ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੈ। ਕਰ ਉਪਦੇ ਚਿੜਕੇ ਬੋ ਪਾਤੀ ਬੋੜ ਪਿਤਾ ਗਲ ਲਾਵੈ। ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੈ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਤੈਸੜਾ ਕਰੀ ਗਿਆਨ ਵੇ ਲਾਲੋ। ਹੋ ਆਪੋ ਬੋਲ ਨਾ ਜਾਣਦਾ ਮੈਂ ਕਿਆ ਸਭ ਹੁਕਮਾਓ ਜੀਓ। ਹੋ ਆਪੋ ਬੋਲ ਨਾ ਜਾਣਦਾ ਮੈਂ ਗਿਆ ਸਭ ਹੁਕਮਾਓ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਰੂਪ ਸਾਧ ਸੰਗਤ ਜੀਓ। ਆਪ ਸਾਰੇ ਮਾਈ ਭਾਈ ਰੱਬ ਰੂਪੀ ਸੰਗਤਾਂ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਜਾਗ ਕੇ ਉਸ ਪਰਮਾਤਮਾ ਦੀ ਇਬਾਦਤ ਦੇ ਵਿੱਚ ਆਪ ਸਾਰੇ ਜੁੜਦੇ ਹੋ। ਅਤੀ ਧੰਤਾ ਦੇ ਯੋਗ ਹੋ ਜੋ ਇਸ ਕਲਯੁਗ ਦੇ ਭਿਆਨਕ ਸਮੇਂ ਵਿੱਚ ਆਪਣੇ ਜੀਵਨ ਦੇ ਘੜੀਆਂ ਨੂੰ ਸਫਲਾ ਕਰ ਰਹੇ ਹੋ। ਸੋ ਆਓ ਚੱਲ ਰਹੀ ਲੜੀਵਾਰ ਸ੍ਰੀ ਜਪਜੀ ਸਾਹਿਬ ਜੀ ਦੀ ਵਿਚਾਰ ਅਸੀਂ ਮਿਲ ਬੈਠ ਕੇ ਸਾਂਝ ਕਰਨੀ ਹੈ। ਸਤਿਗੁਰੂ ਮਿਹਰਾਮਤ ਕਰਨ, ਮਿਹਰ ਭਰਿਆ ਹੱਥ ਰੱਖਣ ਔਰ ਆਪਣੇ ਬੱਚਿਆਂ ਪਾਸੋਂ ਸੇਵਾ ਲੈਣ। ਆਓ ਮਨ ਬਿਰਤੀ ਇਕਾਗਰ ਕਰੀਏ। ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ। ਸਾਧ ਸੰਗਤ ਜਪਜੀ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਅੰਦਰ 20 ਪੌੜੀਆਂ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਖਸ਼ੀ ਦੇ ਸਦਕੇ ਸੇਵਾ ਗੁਰੂ ਸਾਹਿਬ ਨੇ ਲਈ ਹੈ। ਸ਼ੁਕਰ ਹੈ, ਉਹਦਾ ਤਰਸ ਹੈ। 21ਵੀਂ ਪੌੜੀ ਆਰੰਭ ਹੋਈ ਹੈ। ਪੌੜੀ ਲੰਬੇਰੀ ਹੈ ਥੋੜੀ ਸੀ, ਪਰ ਜੇ ਅਸੀਂ ਉਸ ਪੌੜੀ ਨੂੰ ਧਿਆਨ ਨਾਲ ਪੜ੍ਹਾਂਗੇ, ਕਈ ਵਾਰੀ ਅਸੀਂ ਤੋਤਾ ਰਟਨ ਪੜ੍ਹ ਜਾਂਦੇ ਹਾਂ ਔਰ ਸਾਨੂੰ ਸਮਝ ਨਹੀਂ ਆਉਂਦੀ ਬਾਣੀ ਦੀ। ਪਰ ਜਦੋਂ ਬਾਣੀ ਨੂੰ ਧਿਆਨ ਨਾਲ ਪੜ੍ਹਾਂਗੇ ਤਾਂ ਬਾਣੀ ਬੜੇ ਸੌਖੇ ਤਰੀਕੇ ਨਾਲ ਸਮਝ ਆ ਜਾਂਦੀ ਹੈ। ਗੁਰੂ ਸਾਹਿਬ ਕਹਿੰਦੇ ਨੇ ਤੀਰਥ ਤਪ ਦਇਆ ਦਤ ਦਾਨ। ਦੇਖੋ ਗੁਰੂ ਮਹਾਰਾਜ ਜਿਹੜੇ ਧਾਰਮਿਕ ਲੋਕ ਹਨ, ਇਸ ਤਰ੍ਹਾਂ ਦੇ ਕਾਰਜ ਕਰਕੇ ਜਿਹੜੇ ਪਰਮਾਤਮਾ ਦੇ ਘਰ ਪਹੁੰਚਣਾ ਚਾਹੁੰਦੇ ਹਨ, ਗੁਰੂ ਸਾਹਿਬ ਉਹਨਾਂ ਨੂੰ ਖੰਡਿਤ ਨਹੀਂ ਕਰ ਰਹੇ। ਉਹਨਾਂ ਨੂੰ ਬੜੇ ਇੱਕ ਨਵੇਕਲੇ ਢੰਗ ਨਾਲ ਸਮਝਾਉਣ ਦਾ ਉਹਨਾਂ ਨੂੰ ਯਤਨ ਕਰ ਰਹੇ ਹਨ। ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਭਾਈ ਕੰਮ ਤੇ ਤੁਸੀਂ ਚੰਗੇ ਕਰ ਰਹੇ ਹੋ,
ਪਰ ਉਹਨਾਂ ਚੰਗੇ ਕਰਮ ਕਰਨ ਦੇ ਨਾਲ ਤੁਹਾਨੂੰ ਮਾਣ ਕੀ ਮਿਲ ਰਿਹਾ ਹੈ? ਭਾਵ ਕਿ ਇੱਕ ਬੰਦਾ ਸਾਰੀ ਰਾਤ ਸਾਰਾ ਦਿਨ ਮਿਹਨਤ ਕਰੇ ਤੇ ਉਸ ਦੀ ਮਜ਼ਦੂਰੀ ਨਾਲ ਉਹ ਆਪਣਾ ਘਰ ਦਾ ਗੁਜ਼ਾਰਾ ਹੀ ਨਾ ਚਲਾ ਸਕੇ ਤੇ ਉਸ ਮਜ਼ਦੂਰੀ ਦਾ ਕੀ ਲਾਭ ਹੈ? ਜਿਸ ਤਰ੍ਹਾਂ ਉਹਨੂੰ ਇੰਨੀ ਪ੍ਰਾਪਤੀ ਹੋਣੀ ਹੈ, ਤਿਲ ਜਿੰਨਾ ਮਾਣ ਮਿਲਣਾ ਹੈ। ਕਈ ਵਾਰੀ ਅਸੀਂ ਘਰ ਵਿੱਚ ਵੀ ਅੱਖਰ ਯੂਜ਼ ਕਰੀਦੇ ਨਾ, ਕਿਸੇ ਬੱਚੇ ਨੂੰ ਕਹੀਦਾ ਬਈ ਇੰਨੀ ਵਾਰੀ ਤੈਨੂੰ ਕਿਹਾ ਵੇ, ਤੇਰੇ ਤੇ ਤਿਲ ਜਿੰਨਾ ਵੀ ਅਸਰ ਨਹੀਂ ਹੋਇਆ। ਤਿਲ ਕਿੰਨਾ ਛੋਟਾ ਹੁੰਦਾ ਹੈ। ਗੁਰੂ ਸਾਹਿਬ ਉਹਨਾਂ ਨੂੰ ਇਹ ਗੱਲ ਸਮਝਾ ਰਹੇ ਨੇ, ਭਾਈ ਕੰਮ ਤੁਸੀਂ ਚੰਗਾ ਕਰ ਰਹੇ ਹੋ, ਮਿਹਨਤ ਜ਼ਿਆਦਾ ਕਰ ਰਹੇ ਹੋ, ਫਲ ਘੱਟ ਮਿਲ ਰਿਹਾ ਹੈ। ਮੈਂ ਕੱਲ ਵੀ ਕਿੱਥੇ ਜ਼ਿਕਰ ਕੀਤਾ ਸੀ ਬਈ ਅਸੀਂ ਅੰਮ੍ਰਿਤਸਰ ਜਾਣਾ ਹੈ, ਜੇ 450 500 ਕਿਲੋਮੀਟਰ ਹੈ ਤੇ ਕੋਈ ਦੂਜੇ ਥਾਈਂ ਜਾਈਏ 600-700 ਕਿਲੋਮੀਟਰ ਪਏ, ਸਮਾਂ ਵੀ ਜ਼ਿਆਦਾ ਲੱਗੇ, ਰੋਡ ਵੀ ਖਰਾਬ ਹੋਏ, ਤੇ ਅਸੀਂ ਕੀ ਕਰਾਂਗੇ? ਅਸੀਂ ਉਹ ਸਿੱਧੇ ਰਸਤੇ ਵੱਲ ਜਾਵਾਂਗੇ ਜਿਹੜਾ ਜਲਦੀ ਪਹੁੰਚ ਜਾਏ, ਜਿਹਨੂੰ ਸ਼ਾਰਟਕਟ ਕਹਿੰਦੇ ਨੇ। ਪਰ ਧਰਮ ਦੀ ਦੁਨੀਆ ਵਿੱਚ ਕੁਝ ਇਸ ਤਰ੍ਹਾਂ ਦੇ ਲੋਕ ਸਨ, ਮਿਹਨਤ ਜ਼ਿਆਦਾ ਕਰ ਰਹੇ ਸਨ ਪਰ ਫਲ ਕੁਛ ਨਹੀਂ ਸੀ। ਉਹ ਕਿਹੜੀ ਮਿਹਨਤ ਸੀ? ਉਹਨਾਂ ਨੇ ਤਵੱਜੋ ਕਿੱਥੇ ਦਿੱਤੀ ਸੀ? ਤੀਰਥ, ਤਪ, ਦਇਆ, ਦਤ, ਦਾਨ। ਤੀਰਥਾਂ ਤੇ ਜਾ ਕੇ, ਬਈ ਤੀਰਥਾਂ ਤੇ ਜਾ ਕੇ ਨਹਾਈਏ, ਔਰ ਫਿਰ ਉਹ ਸਾਰਾ ਦਿਨ ਘਰੋਂ ਨਿਕਲ ਕੇ ਕਿੰਨੇ ਮਹੀਨੇ ਲਾ ਕੇ ਵਾਪਸ ਆਉਂਦੇ ਸਨ। ਤਪ ਕਰਦੇ ਸਨ, ਅੱਗਾਂ ਦੇ ਸਾਹਮਣੇ ਬੈਠ ਕੇ ਸਰੀਰ ਨੂੰ ਤਪਾਉਣਾ, ਬੜੇ ਵੱਡੇ ਬੜੇ ਹੱਠ ਕਰਦੇ ਸਨ। ਦਇਆ ਵੀ ਲੋਕਾਂ ਤੇ ਕਰਦੇ ਸਨ। ਦਤ ਦਾਨ, ਦਤ ਹੁੰਦਾ ਦਿੱਤਾ ਹੋਇਆ ਦਾਨ। ਫਿਰ ਇਹ ਚੀਜ਼ਾਂ ਕਰਦੇ ਸਨ ਨਾ, ਇਹਦੇ ਨਾਲ, ਇਹ ਚੀਜ਼ਾਂ ਕਰਨ ਨਾਲ ਮਹਾਰਾਜ ਕਹਿੰਦੇ ਨੇ ਇਹਨਾਂ ਨਾਲ ਅਹੰਕਾਰ ਹੀ ਪੈਦਾ ਹੁੰਦਾ ਹੈ। ਕੰਮ ਚੰਗੇ ਨੇ। ਗੁਰੂ ਸਾਹਿਬ ਦੇਖੋ ਸਾਨੂੰ ਕਿੰਨਾ ਵਧੀਆ ਸਮਝਾ ਰਹੇ ਨੇ। ਕਹਿੰਦੇ ਨੇ ਦਾਨ ਵੀ ਦੇ ਰਹੇ ਨੇ, ਪਰ ਉਸ ਦਾਨ ਦੇ ਨਾਲ ਕੀ ਹੋ ਰਿਹਾ ਹੈ? ਅਹੰਕਾਰ ਪੈਦਾ ਹੋ ਰਿਹਾ ਹੈ। ਸਿਆਣੇ ਕਹਿੰਦੇ ਸਨ ਕਿ ਕਿਸੇ ਨੂੰ ਦਾਨ ਦੇਣਾ ਹੋਵੇ ਨਾ, ਇੱਕ ਹੱਥ ਤੋਂ ਦੋ ਤੇ ਦੂਜੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ। ਬਾਬਾ ਨੰਦ ਸਿੰਘ ਜੀ ਬਚਨ ਕਰਦੇ ਸਨ ਨਾ, ਬਈ ਦਾਨ ਦੇਣਾ ਹੋਵੇ, 3 ਗੱਲਾਂ ਦਾ ਖਾਸ ਤੌਰ ਤੇ ਧਿਆਨ ਰੱਖੋ ਕਿ ਸਭ ਤੋਂ ਪਹਿਲਾਂ ਦਾਨ ਜਾ ਕੇ ਦੋ, ਰਜ਼ਾ ਕੇ ਦੋ ਤੇ ਛੁਪਾ ਕੇ ਦੋ। ਅਸੀਂ ਕੀ ਕਰਨੇ ਆ? ਅਸੀਂ ਜਿਹੜਾ ਦਾਨ ਲੋਕਾਂ ਨੂੰ ਦਿੰਦੇ ਹਾਂ, ਅਸੀਂ ਦਿਖਾ ਕੇ ਦਿੰਦੇ ਹਾਂ, ਇਹਦੇ 'ਚ ਲੁਕਾਵਟ ਨਹੀਂ ਕਰਦੇ, ਤੇ ਉਹਨੂੰ ਬੁਲਾ ਕੇ ਕਹਿੰਦੇ ਆ ਵੀ ਆ ਕੇ ਦਾਨ ਲੈ ਜਾ। ਮਹਾਰਾਜ ਕਹਿ ਰਹੇ ਨੇ ਇੱਥੇ, ਇਹ ਜਿਤਨੇ ਵੀ ਕਾਰਜ ਕਰ ਰਹੇ ਹੋ ਤੁਸੀਂ, ਤੀਰਥਾਂ ਤੇ ਜਾ ਰਹੇ ਹੋ, ਦੇਖੋ ਤੀਰਥਾਂ ਦਾ ਆਵਾਜ਼ ਵੀਰ ਜੀ 'ਚ ਆਵਾਜ਼ ਆ ਰਹੀ ਕਿਸੇ ਦਾ? ਹਾਂਜੀ। ਤੀਰਥਾਂ ਤੇ ਦੇਖੋ ਅਸੀਂ ਜਾ ਕੇ, ਮਹਾਰਾਜ ਤੀਰਥ ਵਾਸ ਐਕਚੁਅਲੀ ਵਿੱਚ ਜਿਤਨੇ ਵੀ ਸਰੋਵਰ ਬਣਾਏ ਸਨ ਗੁਰੂ ਸਾਹਿਬ ਨੇ, 2 ਵੱਡੇ ਕਾਰਨ ਸਨ। ਇੱਕ ਕਾਰਨ ਸੀ ਕਿ ਪਾਣੀ ਦੀ ਘਾਟ ਹੁੰਦੀ ਸੀ ਤੇ ਉਹ ਪਾਣੀ ਦੀ ਭਰਮਾਈ ਹੋ ਜਾਏ। ਧਿਆਨ ਨਾਲ ਸੁਣਨਾ ਸਾਧ ਸੰਗਤ ਜੀ। ਤੇ ਦੂਜੇ ਸਰੋਵਰ ਜਿਹੜੇ ਬਣੇ ਹੁੰਦੇ ਨੇ, ਇਹਦਾ ਮੁੱਖ ਮਕਸਦ ਪਤਾ ਕੀ ਹੁੰਦਾ ਹੈ? ਕਿ ਇੱਥੇ ਜਿਹੜਾ ਵੀ ਕੋਈ ਨਹਾਏਗਾ, ਜਾਤ ਪਾਤ ਦਾ ਜਿਹੜਾ ਕੋੜ ਹੈ ਨਾ, ਉਹ ਉਤਰ ਜਾਏਗਾ। ਭਈ ਸਭ ਨੂੰ ਇੱਕ ਸਮਾਨ, ਮਤਲਬ ਕਿ ਕੋਈ ਨੀਵੀਂ ਜਾਤ ਦਾ ਮੰਨਿਆ ਜਾਂਦਾ। ਵੈਸੇ ਪਰਮਾਤਮਾ ਦੇ ਘਰ ਨੀਵੀਂ ਉੱਚੀ ਜਾਤ ਦਾ ਕੋਈ ਸੰਬੰਧ ਨਹੀਂ ਰੱਖਿਆ। ਜੇ ਵਜੇ ਅਸੀਂ ਕਰਮ ਕਰਾਂਗੇ, ਉਹ ਵਜੇ ਸਾਡੀ ਜਾਤ ਹੋਏਗੀ। ਇਹ ਇੱਥੇ ਜਿਹੜੀ ਵੀ ਜਾਤੀ ਦਾ ਨਹਾਏ, ਭਾਵ ਉਹਦੇ ਅੰਦਰੋਂ ਜਾਤ ਪਾਤ ਦੀ ਜਿਹੜੀ ਇਹ ਬਿਮਾਰੀ ਹੈ ਨਿਕਲ ਜਾਏ।
ਪਰ ਅਸੀਂ ਕੀ ਸੋਚ ਲਿਆ ਕਿ ਤੀਰਥਾਂ ਤੇ ਜਾ ਕੇ ਮਨ ਦੀ ਮੈਲ ਉਤਰ ਜਾਂਦੀ ਹੈ। ਪਰ ਮਹਾਰਾਜ ਕਹਿੰਦੇ ਨੇ ਨਹੀਂ, ਇਹ ਜਿਹੜਾ ਜੋ ਵੀ ਤੁਸੀਂ ਕਰਮ ਕਾਂਡ ਕਰ ਰਹੇ ਹੋ ਨਾ, ਕਰਮ ਧਰਮ ਪਾਖੰਡ, ਇਹਨੂੰ ਪਖੰਡ ਕਹਿ ਦਿੱਤਾ ਮਹਾਰਾਜ ਨੇ। ਕਰਮ ਧਰਮ ਪਾਖੰਡ ਜੋ ਦਿਸੈ ਤਿਨ ਜਮ ਜਾਗਾਤੀ ਲੂਟੇ, ਉਹ ਤੇ ਜਮਾਂ ਨੇ ਰਸਤੇ ਵਿੱਚ ਹੀ ਲੁੱਟ ਲੈਣਾ ਹੈ। ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਈ। ਮਹਾਰਾਜ ਕਹਿੰਦੇ ਨੇ ਇਹ ਚੀਜ਼ਾਂ ਤੇ ਤੇਰੀਆਂ ਰਸਤੇ ਵਿੱਚ ਹੀ ਲੁੱਟੀਆਂ ਜਾਣੀਆਂ ਨੇ। ਤੀਰਥ ਬਰਤ ਅਰ ਦਾਨ ਕਰ, ਹੁਣੇ ਪੜਿਆ ਨਾ, ਮਨ ਮੇ ਧਰੇ ਗੁਮਾਨ। ਇਹ ਚੀਜ਼ਾਂ ਕਰਕੇ ਮਨ ਦੇ ਅੰਦਰ ਗੁਮਾਨ ਆਣਾ ਹੈ, ਹੰਕਾਰ ਆਣਾ ਹੈ, ਇਸ ਤੋਂ ਉੱਤੇ ਕੁਛ ਨਹੀਂ ਆਣਾ। ਨਾਨਕ ਨੇ ਫਲ ਜਾਤ ਤਹਿ ਜਿਉ ਕੁੰਚਰ ਇਸ਼ਨਾਨ। ਜਿਸ ਤਰ੍ਹਾਂ ਹਾਥੀ ਹੁੰਦਾ ਨਾ ਜਿਹੜਾ, ਉਹ ਬਹੁਤ ਪਾਣੀ ਹੋਵੇ ਨਾ ਜ਼ਿਆਦਾ, ਉੱਥੇ ਇਸ਼ਨਾਨ ਕਰਦਾ ਹੈ। ਫਿਰ ਪੂਰਾ ਇਸ਼ਨਾਨ ਕਰਨ ਤੋਂ ਬਾਅਦ ਬਾਹਰ ਆ ਕੇ ਉਹੀ ਹਾਥੀ ਜਿਹੜਾ ਘੱਟਾ ਪਿਆ ਹੁੰਦਾ, ਮਿੱਟੀ ਪਈ ਹੈ, ਸੁੰਡ ਵਿੱਚ ਪਾ ਕੇ ਤੇ ਸਾਰੇ ਪਿੰਡੇ ਤੇ ਲਪੇਟ ਲੈਂਦਾ ਹੈ। ਮਹਾਰਾਜ ਕਹਿੰਦੇ ਨੇ ਬਸ ਇਹੀ ਹਾਲਤ ਮਨੁੱਖ ਦੀ ਹੈ। ਕੰਮ ਚੰਗੇ ਕਰ ਰਿਹਾ, ਮਿਹਨਤ ਵੀ ਕਰ ਰਿਹਾ, ਇਹ ਨਹੀਂ ਕਿ ਮਿਹਨਤ ਨਹੀਂ ਕਰ ਰਿਹਾ, ਮਿਹਨਤ ਕਰ ਰਿਹਾ, ਪਰ ਉਸ ਮਿਹਨਤ ਦਾ ਫਲ ਕਿੰਨਾ? ਮਹਾਰਾਜ ਕਹਿੰਦੇ ਨੇ ਜੇ ਕੋ ਪਾਵੈ ਤਿਲ ਕਾ ਮਾਨ। ਤਿਲ ਜਿੰਨਾ ਉਹਨੂੰ ਮਾਨ ਉੱਥੇ ਮਿਲਣਾ ਹੈ ਉਸ ਪਰਮਾਤਮਾ ਦੀ ਦਰਗਾਹ ਵਿੱਚ। ਤਾਂ ਪਾਤਸ਼ਾਹ ਫਿਰ ਅਸੀਂ ਕੀ ਕਰੀਏ? ਅਸੀਂ ਕਰਮ ਧਰਮ ਇਹਨੇ ਛੱਡ ਦਈਏ, ਕਰੀਏ ਕੀ? ਮਹਾਰਾਜ ਫਿਰ ਹੁਣ ਫੈਸਲਾ ਦੇ ਰਹੇ ਹਨ। ਸੁਣਿਆ ਮੰਨਿਆ ਮਨ ਕੀਤਾ ਭਾਓ। ਤੂੰ ਸੰਗਤ ਵਿੱਚ ਬੈਠ ਕੇ ਪਰਮਾਤਮਾ ਦਾ ਨਾਮ ਸੁਣ, ਇਹ ਸਭ ਤੋਂ ਵੱਡਾ ਕਾਰਜ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ। ਕਰਮਾਂ ਦੇ ਵਿੱਚੋਂ ਸਭ ਦਾ ਵੱਡਾ ਜਿਹੜਾ ਕਰਮ ਹੈ ਨਾ, ਜਿਹੜਾ ਚੰਗਾ ਕਾਰਜ ਹੈ, ਉਹ ਪਰਮਾਤਮਾ ਦੀ ਕੀਰਤੀ ਹੈ। ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਇਹ ਸਭ ਤੋਂ ਵੱਡਾ ਕਿਰਤ ਹੈ ਜਿਹੜੀ ਤੁਸੀਂ ਕਰ ਰਹੇ ਹੋ। ਤਾਂ ਗੁਰੂ ਸਾਹਿਬ ਕਹਿੰਦੇ ਨੇ ਸੁਣਨਾ ਮੰਨਿਆ, ਸੁਣਿਆ ਮੰਨਿਆ। ਖਾਲੀ ਸੁਣਨਾ ਨਹੀਂ ਹੈ, ਇਸ ਨੂੰ ਮੰਨਣਾ ਵੀ ਹੈ। ਬੜੇ ਬੜੇ ਮੈਨੂੰ ਸਰੀਰ ਮਿਲਦੇ ਨੇ ਜੀ, ਅਸੀਂ ਸਵੇਰੇ 4 ਵਜੇ ਦਰਬਾਰ ਸਾਹਿਬ ਲਾ ਲੈਂਦੇ ਹਾਂ, ਅੱਛੀ ਗੱਲ ਹੈ, ਮੈਂ ਇਹ ਨਹੀਂ ਕਹਿ ਰਿਹਾ ਨਾ ਲਾਓ। ਫਿਰ ਅਸੀਂ ਬਾਅਦ ਵਿੱਚੋਂ ਮੰਜੀ ਸਾਹਿਬ ਤੋਂ ਕਥਾ ਸੁਣਨੇ ਆ, ਕੀਰਤਨ ਸੁਣਨੇ ਆ, ਫਿਰ 8 ਵਜੇ ਆਰਾਮ ਵਿੱਚ ਜਾਂਦੇ ਹਾਂ। ਤੇ ਮੈਂ ਸੁਣਨਾ ਕਥਾ ਵਿੱਚ ਕੀ ਕਿਹਾ ਹੈ, ਕਹਿੰਦੇ ਨੇ ਉਹ ਪਤਾ ਨਹੀਂ ਕੀ ਕਿਹਾ। ਸੁਣਿਆ ਜ਼ਰੂਰ ਹੈ, ਚੰਗੀ ਗੱਲ, ਕੰਮ ਚੰਗਾ ਕੀਤਾ ਹੈ, ਪਰ ਉਸ ਨੂੰ ਮੰਨਿਆ ਨਹੀਂ ਹੈ। ਸਵਾਲ ਤੇ ਇਹ ਸੀ ਕਿ ਜਿਹੜੀ ਚੀਜ਼ ਅਸੀਂ ਸੁਣੀ ਹੈ ਉਹਨੂੰ ਅਸੀਂ ਮੰਨੀਏ ਵੀ। ਤੇ ਜੇ ਮੰਨਾਂਗੇ ਤੇ ਮਹਾਰਾਜ ਕਹਿੰਦੇ ਨੇ ਫਿਰ ਕੀ ਕਹਿੰਦੇ ਨੇ? ਸੁਣਿਆ ਮੰਨਿਆ ਮਨ ਕੀਤਾ ਭਾਉ। ਫਿਰ ਮਨ ਵਿੱਚ ਪਿਆਰ ਆਏਗਾ। ਦੇਖੋ ਭਾਉ ਹੈ, ਅਗਰ ਕੰਨਾ ਨਾ ਹੋਵੇ ਨਾ ਭਾਉ ਬਣ ਜਾਂਦਾ ਹੈ। ਭਾਉ ਮੀਨਸ ਹੁੰਦਾ ਡਰ, ਤੇ ਇੱਥੇ ਭਾਉ ਹੈ, ਭਾਉ ਹੈ ਪਿਆਰ। ਗੋਬਿੰਦ ਭਾਉ ਭਗਤ ਦਾ ਭੁੱਖਾ। ਤਾਂ ਗੁਰੂ ਸਾਹਿਬ ਕਹਿੰਦੇ ਨੇ ਜੇ ਕਿਸੇ ਗੁਰਬਾਣੀ ਨੂੰ, ਗੁਰੂ ਦੇ ਬਚਨਾਂ ਨੂੰ, ਗੁਰੂ ਦੇ ਉਪਦੇਸ਼ ਨੂੰ ਧਿਆਨ ਨਾਲ ਸੁਣੇਗਾ, ਸੁਣ ਕੇ ਉਹਨੂੰ ਮੰਨੇਗਾ। ਕਈ ਵਾਰੀ ਕਿਸੇ ਦੀ ਗੱਲ ਸੁਣ ਲਈਏ ਨਾ ਤੇ ਅਸੀਂ ਸੁਣ ਲੈਂਦੇ ਹਾਂ, ਉਸ ਨੂੰ ਮੰਨਦੇ ਨਹੀਂ ਹਾਂ। ਪਰ ਜੇ ਮੰਨ ਲਈਏ ਤੇ ਗੁਰੂ ਸਾਹਿਬ ਕਹਿੰਦੇ ਨੇ ਉਹਦੇ ਅੰਦਰ ਭਾਵ ਪੈਦਾ ਹੋਏਗਾ, ਪਿਆਰ ਹੋਏਗਾ। ਤੇ ਪਿਆਰ ਕੀ ਹੋਏਗਾ? ਫਿਰ ਉਹਦੇ ਨਾਲ ਕੀ ਹੋਏਗਾ? ਜਦ ਪਿਆਰ ਪੈਦਾ ਹੋ ਜਾਏਗਾ, ਅੰਤਰਗਤ ਤੀਰਥ ਮਲ ਨਾਓ। ਇਹ ਤੁਸੀਂ ਇਸ਼ਨਾਨ ਕਰ ਲਿਆ ਅੰਤਰਗਤ। ਦੇਖੋ ਇੱਕ ਹੈ ਬਾਹਰ ਦਾ ਇਸ਼ਨਾਨ, ਇੱਕ ਸਾਡੇ ਅੰਦਰ ਵੀ ਜੋਤ ਹੈ ਰੱਬ ਦੀ। ਅੰਦਰ ਸਾਡੇ ਇੱਕ ਜੋਤ ਹੈ, ਅੰਦਰ ਵੀ ਇੱਕ ਤੀਰਥ ਹੈ। ਜਿਸ ਦਿਨ ਅਸੀਂ ਇਸ ਤੀਰਥ ਦੇ ਅੰਦਰ ਇਸ਼ਨਾਨ ਕਰਾਂਗੇ ਨਾ, ਤੇ ਮਹਾਰਾਜ ਕਹਿੰਦੇ ਨੇ ਅੰਤਰਗਤ ਤੀਰਥ। ਜੇ ਇਹ ਬਾਣੀ ਸੁਣ ਕੇ ਹਿਰਦੇ ਵਿੱਚ ਵਸਾਵਾਂਗੇ ਤੇ ਜਿਹੜੀ ਮੈਲ ਹੈ ਨਾ, ਉਹ ਅਸੀਂ ਮਲ ਮਲ ਕੇ ਧੋਵਾਂਗੇ ਉਸ ਨੂੰ। ਮਹਾਰਾਜ ਕਹਿ ਰਹੇ ਨੇ ਅੰਤਰਗਤ ਤੀਰਥ ਮਲ ਨਹਾਓ। ਜਿਸ ਤਰ੍ਹਾਂ ਤੀਰਥਾਂ ਤੇ ਜਾ ਕੇ ਬੰਦਾ ਬਾਹਰੋਂ ਇਸ਼ਨਾਨ ਕਰਦਾ ਹੈ, ਮਲ ਮਲ ਕੇ ਨਹਾਉਂਦਾ ਹੈ ਨਾ, ਜਿਸ ਦਿਨ ਸਿੱਖਾ ਤੇਰੇ ਹਿਰਦੇ ਰੂਪੀ ਘਰ ਦੇ ਨੂੰ ਤੂੰ ਅੰਦਰ ਜੇ ਤੀਰਥ ਨੂੰ ਸਮਝ ਗਿਆ, ਉਸ ਜੋਤ ਨੂੰ ਸਮਝ ਗਿਆ,
ਉਸ ਦੇ ਨਾਲ ਅੰਦਰ ਤੂੰ ਦਾ ਇਸ਼ਨਾਨ ਕਰੇਗਾ, ਮਲ ਮਲ ਕੇ ਤੇ ਨਹਾਏਗਾ, ਤੇਰੀ ਜਨਮਾਂ ਦੀ ਮੈਲ ਉਤਰ ਜਾਏਗੀ। ਇਹ ਇਸ਼ਨਾਨ ਕਰਨਾ ਹੈ। ਹੁਣ ਕਈ ਵਾਰੀ ਬੰਦਾ ਸੋਚਦਾ ਕਿ ਮੈਂ ਦਰਬਾਰ ਸਾਹਿਬ ਜਾ ਕੇ ਇਸ਼ਨਾਨ, ਮੈਂ ਨਹੀਂ ਕਹਿ ਰਿਹਾ ਕਿ ਨਾ ਕਰੋ, ਕਰੋ। ਹੁਣ ਕੋਈ ਫਾਰਨ ਬੈਠਾ ਹੈ, ਬਾਹਰ ਬੈਠਾ ਹੈ, ਉਹ ਕਿਵੇਂ ਇਸ਼ਨਾਨ ਕਰੇਗਾ? ਇਹਦਾ ਮਤਲਬ ਕਰ ਹੀ ਨਹੀਂ ਸਕਦਾ? ਨਹੀਂ, ਉਹ ਕਰ ਸਕਦਾ ਹੈ। ਮਹਾਰਾਜ ਕਹਿੰਦੇ ਨੇ ਨਹੀਂ, ਐਸੀ ਗੱਲ ਨਹੀਂ ਹੈ। ਉਹ ਜਦੋਂ ਪਰਮਾਤਮਾ ਦੀ ਸਿਫਤਾਂ ਸੁਣੇਗਾ, ਮੰਨੇਗਾ, ਉਹਦੇ ਅੰਦਰ ਇਸ਼ਨਾਨ ਹੋ ਰਿਹਾ ਹੈ। ਦਰਅਸਲ ਇਸ਼ਨਾਨ ਕਰਨਾ ਹੀ ਅੰਦਰ ਦਾ ਹੈ। ਤੀਰਥ ਕਰਨਾ ਵਿੱਚ, ਤੀਰਥ ਦਾ ਭਾਵ ਹੀ ਵਿਚਾਰ ਕਰਨੀ ਹੈ। ਤੀਰਥ ਹੈ ਕੀ ਹੈ? ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਤੀਰਥ ਤੇ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਜਦੋਂ ਤੁਸੀਂ ਗੁਰੂ ਦਾ ਗਿਆਨ ਅਡਾਪਟ ਕਰਦੇ ਹੋ, ਜਦੋਂ ਗੁਰੂ ਦੀ ਵਿਚਾਰ ਸਰਵਨ ਕਰਦੇ ਹੋ, ਗੁਰੂ ਦੀ ਬਾਣੀ ਸਰਵਨ ਕਰਦੇ ਹੋ, ਸਮਝੋ ਕਿ ਤੁਹਾਡੇ ਅੰਦਰ ਤੀਰਥ ਦਾ ਇਹ ਤੀਰਥ ਹੋ ਰਿਹਾ ਹੈ। ਔਰ ਤੁਸੀਂ ਆਪਣੀ ਮੈਲ ਮਲ ਮਲ ਕੇ ਧੋ ਰਹੇ ਹੋ, ਕੱਢ ਰਹੇ ਹੋ। ਤਾਂ ਗੁਰੂ ਸਾਹਿਬ ਕਹਿ ਰਹੇ ਹਨ, ਸੁਣਿਆ ਮੰਨਿਆ ਮਨ ਕੀਤਾ ਭਾਓ। ਜਦੋਂ ਦੇਖੋ ਇੱਕ ਇੱਕ ਅੱਖਰ ਨੂੰ ਅਸੀਂ ਧਿਆਨ ਨਾਲ ਸਮਝਾਂਗੇ ਨਾ, ਤੇ ਬੜਾ ਹੀ ਸੌਖੀ ਗੱਲ ਹੋ ਜਾਏਗੀ। ਸੁਣਿਆ ਮੰਨਿਆ ਮਨ, ਮਨ ਦੇ ਨੰਨੇ ਨੂੰ ਸਿਹਾਰੀਏ, ਕੀਤਾ ਭਾਓ, ਮਨ ਵਿੱਚ ਉਹ ਭਾਓ ਪੈਦਾ ਹੋ ਜਾਏਗਾ। ਜਦੋਂ ਪਿਆਰ ਆਏਗਾ, ਜਦੋਂ ਕਿਸੇ ਦੀ ਗੱਲ ਮੰਨ ਲਓ ਤੇ ਸੁਣ ਲਓ ਨਾ, ਇੱਕ ਅੰਦਰੋਂ ਪਿਆਰ ਜਾਗਦਾ ਹੈ। ਕਿਸੇ ਨਾਲ, ਗੁਰੂ ਨਾਲ ਕਦੀ ਪਿਆਰ ਹੋ ਜਾਏ ਨਾ, ਤੇ ਫਿਰ ਕੀ ਹੁੰਦਾ ਹੈ? ਫਿਰ ਉਹ ਇਸ਼ਨਾਨ, ਬੰਦਾ ਅੰਦਰ ਦਾ ਇਸ਼ਨਾਨ ਕਰਨਾ, ਅੰਦਰੋਂ ਦੀ ਮੈਲ ਉਹਦੀ ਉਤਰਦੀ ਜਾਂਦੀ ਹੈ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਇਹ ਗੱਲ ਸਮਝਣ ਵਾਲੀ ਹੈ। ਇਹ ਪਰਮਾਤਮਾ, ਇਹ ਜਿੰਨੇ ਵੀ ਗੁਣ ਨੇ ਨਾ, ਇਹ ਤੇਰੇ ਕਰਕੇ ਨੇ। ਇਹ ਹੁਣ ਮੈਂ ਬੋਲ ਰਿਹਾ, ਇਹ ਮੈਂ ਬੋਲ ਰਿਹਾ? ਨਹੀਂ, ਇਹ ਉਹਦੇ ਗੁਣਾਂ ਕਰਕੇ ਮੈਂ ਬੋਲ ਰਿਹਾ। ਮੈਂ ਨਾਹੀ ਕੋਏ, ਮੈਂ ਤੇ ਹੈ ਹੀ ਕੁਛ ਨਹੀਂ। ਤੁਸੀਂ ਸੁਣ ਰਹੇ ਹੋ, ਕਿਸ ਕਾਰਨ ਸੁਣ ਰਹੇ ਹੋ? ਉਸ ਦੀ ਕਿਰਪਾ ਹੈ। ਕਿਸੇ ਨੇ ਕਿਹਾ 30 ਸਾਲ ਉਸ ਦੀ ਭਗਤੀ ਕਰਦਾ ਰਿਹਾ, ਕਹਿੰਦਾ ਰੱਬ ਨਹੀਂ ਮਿਲਿਆ ਮੈਨੂੰ, ਮੇਰਾ ਮਨ ਨਹੀਂ ਟਿਕਾਅ ਵਿੱਚ ਆਇਆ। ਤੇ ਉਹਨੇ ਭਗਤੀ ਕਰਨੀ ਛੱਡ ਦਿੱਤੀ। ਧਿਆਨ ਦੇਣਾ, ਅਸੀਂ ਵੀ ਅਕਸਰ ਹੁੰਦਾ ਇਸ ਤਰ੍ਹਾਂ ਹੀ ਹੈ। ਅਸੀਂ ਵੀ ਅਕਸਰ ਹਾਂਜੀ, ਵਾਹਿਗੁਰੂ, ਹਾਂਜੀ ਹਾਂਜੀ। ਸਭ ਗੁਣ ਤੇਰੇ ਮੈਂ ਨਾਹੀ ਕੋਏ। ਕਈ ਵਾਰੀ ਅਸੀਂ ਕੀ ਹੁੰਦਾ ਹੈ ਕਿ 2 ਮਹੀਨੇ 4 ਮਹੀਨੇ ਨਿਤਨੇਮ ਕੀਤਾ, ਅੰਮ੍ਰਿਤ ਵੇਲੇ ਜਾਗੇ, ਕੋਈ ਮਨਸਾ ਲੈ ਕੇ ਜਾਗੇ ਕਿ ਮੇਰਾ ਇਹ ਕਾਰਜ ਪੂਰਾ ਹੋਏਗਾ। ਅਕਸਰ ਸਾਡੀ ਇਹੀ ਹੁੰਦੀ ਹੈ। ਚਲੋ ਮੰਗਣਾ ਤੇ ਗੁਰੂ ਕੀ ਮਾਨ ਮੰਗੂ, ਤਾਨ ਮੰਗੂ, ਧਨ ਲక్ష్ਮੀ ਸੁਤ ਦੇ। ਅਸੀਂ ਹਰ ਚੀਜ਼ ਗੁਰੂ ਕੋਲੋਂ ਹੀ ਮੰਗਣੀ ਹੈ। ਪਰ ਉਹ ਚੀਜ਼ ਕਈ ਵਾਰੀ ਪੂਰੀ ਨਾ ਹੋਵੇ ਨਾ, ਤੇ ਅਸੀਂ ਗੁਰੂ ਤੋਂ ਟੁੱਟ ਜਾਂਦੇ ਹਾਂ। ਉਸ ਬੰਦੇ ਨੇ 30 ਸਾਲ ਤਪ ਕੀਤਾ, ਜਪ ਕੀਤਾ, ਪਰਮਾਤਮਾ ਦਾ ਨਾਮ ਜਪਿਆ, ਪਰ ਉਹਨੇ ਇੱਕ ਕਾਰਨ ਛੱਡ ਦਿੱਤਾ। ਉਹਨੇ ਕਿਹਾ ਰੱਬਾ ਮੈਨੂੰ ਕੁਝ ਪ੍ਰਾਪਤ ਤੇ ਹੋਇਆ ਨਹੀਂ। ਤੇ ਰੱਬ ਨੇ ਕਿਹਾ ਕੀ ਗੱਲ? ਕਹਿੰਦਾ ਮੈਂ 30 ਸਾਲ ਤੇਰੀ ਭਗਤੀ ਕੀਤੀ, ਮੈਨੂੰ ਕੀ ਪ੍ਰਾਪਤ ਹੋਇਆ? ਉਹ ਕਹਿੰਦਾ, ਰੱਬ ਕਹਿੰਦਾ ਕੀ ਗੱਲ ਕਰ ਰਹੇ? ਕਹਿੰਦਾ ਮੈਨੂੰ ਅੱਜ ਤੱਕ ਮਹਿਸੂਸ ਤੇ ਹੋਇਆ ਨਹੀਂ ਕਿ ਰੱਬ ਹੈ। ਭਗਤੀ ਮੈਂ ਪਾਠ ਕਰਦਾ ਰਿਹਾ, ਮੈਂ ਰੋਜ਼ ਸਵੇਰੇ ਜਾਗਣਾ ਵਾਂ। ਰੱਬ ਕਹਿੰਦਾ ਜਦ ਤੂੰ ਪਹਿਲੀ ਵਾਰੀ ਵਾਹਿਗੁਰੂ ਕਿਹਾ ਸੀ, ਤੇ ਉਸ ਤੋਂ ਬਾਅਦ ਜਦੋਂ ਤੂੰ ਵਾਹਿਗੁਰੂ 30 ਸਾਲ ਜਪਦਾ ਰਿਹਾ, ਕੌਣ ਤੈਨੂੰ ਜਪਾਉਂਦਾ ਰਿਹਾ ਹੈ? ਉਹ ਮੈਂ ਹੀ ਤੇ ਸੀ। ਕਹਿਣ ਤੋਂ ਮੁਰਾਦ ਕਿ ਇਹ ਕਾਰਜ ਗੁਰੂ ਕਰਵਾ ਰਿਹਾ ਹੈ। ਜੇ ਜਿਸ ਦਿਨ ਸਮਝ ਆ ਜਾਏ ਸਾਨੂੰ, ਜੇ ਮੈਂ ਵਾਹਿਗੁਰੂ ਵਾਹਿਗੁਰੂ ਕਹਿ ਰਿਹਾ, ਸਿਮਰਨ ਕਰ ਰਹੇ ਹਾਂ, ਨਿਤਨੇਮ ਕਰ ਰਹੇ ਹਾਂ, ਵਿਚਾਰ ਕਰ ਰਹੇ ਹਾਂ, ਕੀਰਤਨ ਕਰ ਰਹੇ ਹਾਂ, ਸੇਵਾ ਕਰ ਰਹੇ ਹਾਂ,
ਇਹ ਕੌਣ ਕਰਵਾ ਰਿਹਾ ਹੈ? ਉਹ ਕਰਵਾ ਰਿਹਾ ਹੈ। ਉਹ ਮੇਰੇ ਅੰਦਰ ਸਵਾਸ ਹੀ ਨਾ ਰੱਖਦਾ ਤੇ ਮੈਂ ਬੋਲ ਪਾਣਾ ਸੀ। ਤੁਸੀਂ ਕਹਿੰਦੇ ਰੱਬ ਨਹੀਂ ਹੈ, ਰੱਬ ਤੇ ਹਰ ਵੇਲੇ ਵੇ। ਤੇ ਜੇ ਉਹ ਚਾਹਣਾ ਚਾਹਵੇ, ਜਿਸ ਨੂੰ ਆਪ ਖੁਆਏ ਕਰਤਾ ਖੁਸ ਲੈ ਚੰਗਿਆਈ, ਪਰ ਜਿਸ ਨੂੰ ਖੋਣਾ ਚਾਹਵੇ ਨਾ, ਉਹ ਮਨ ਉਹਦਾ ਐਸਾ ਬਣਾ ਦੇਗਾ, ਉਹ ਕਹੇਗਾ ਅੱਜ ਤੋਂ ਬਾਅਦ ਮੈਂ ਸੰਗਤ ਹੀ ਨਹੀਂ ਕਰਨੀ। ਇਹ ਰੱਬ ਜੇ। ਜਿਸ ਨੂੰ ਉਹਨੇ ਖੁਆਰ ਕਰਨਾ ਹੋਵੇ ਨਾ, ਉਹਦੇ ਕੋਲੋਂ ਉਹਦੀਆਂ ਚੰਗਿਆਈਆਂ ਖੋਹ ਲੈਂਦਾ ਹੈ। ਜਦੋਂ ਤੁਹਾਨੂੰ ਚੰਗੇ ਗੁਣ ਪਾਣੇ ਹੋਣ ਤੇ ਉਹ ਪਾ ਵੀ ਦਿੰਦਾ ਜੇ। ਜਦੋਂ ਹਰ ਬਿਸਰਤ ਸਦਾ ਖੁਆਰੀ, ਇਹ ਗੁਣ ਉਹਦੇ ਕੋਲ ਨੇ। ਇਹ ਨਾ ਕਹੋ ਕਿ ਮੇਰੇ ਉੱਤੇ ਕਿਰਪਾ ਨਹੀਂ ਹੈ। ਕਿਰਪਾ ਹੈ ਤੇ ਤੂੰ ਅੰਮ੍ਰਿਤ ਵੇਲੇ ਜਾਗ ਰਿਹਾ। ਸਭ ਗੁਣ ਤੇਰੇ ਮੈਂ ਨਾਹੀ ਕੋਏ। ਬਈ ਰੱਬਾ, ਤੇਰੇ ਸਾਰੇ ਗੁਣ ਨੇ, ਮੈਂ ਕੁਛ ਵੀ ਨਹੀਂ ਆ। ਹੋ ਨਾਹੀ ਮੈਂ ਨਾਹੀ ਕਿਛ, ਹੋ ਨਾਹੀ ਕਿਛ ਆਏ ਨਾ ਮੋਰਾ। ਓਸਰ ਲੱਜਾ ਰਾਖ ਰਿਓ ਸਦਨਾ ਜਨ ਤੋਰਾ। ਮੈਂ ਤੇ ਕੁਛ ਹੈ ਹੀ ਨਹੀਂ। ਤੋ ਇਸ ਕਰਕੇ ਮਹਾਰਾਜ ਕਹਿੰਦੇ ਨੇ, ਵਿਨ ਗੁਣ ਕੀਤੇ ਭਗਤ ਨਾ ਹੋਏ। ਇਹ ਗੁਣ ਕੀਤੇ ਬਿਨਾ ਭਗਤ ਨੂੰ, ਤੱਤੇ ਨੂੰ ਸਿਹਾਰੀ ਹੈ, ਇਸਤਰੀ ਲਿੰਗ ਹੈ। ਭਗਤ ਵੀ ਅਸੀਂ ਪਿੱਛੇ ਸਾਂਝ ਕਰਕੇ ਆਏ ਹਾਂ ਕਿ 3 ਰੂਪਾਂ 'ਚ ਆਉਂਦਾ। ਤੱਤੇ ਨੂੰ ਔਂਕੜ, ਤੱਤਾ ਮੁਕਤਾ, ਤੱਤੇ ਨੂੰ ਸਿਹਾਰੀ। ਔਂਕੜ ਹੋਵੇ ਇੱਕ ਵਚਨ ਪੁਲਿੰਗ ਭਾਵ ਇੱਕ ਭਗਤ ਦੀ ਗੱਲ ਹੈ। ਤੱਤਾ ਮੁਕਤਾ ਹੋਵੇ ਬਹੁਤੇ ਭਗਤਾਂ ਦੀ ਗੱਲ ਹੈ। ਤੱਤੇ ਨੂੰ ਸਿਹਾਰੀ ਹੋਵੇ ਉਹਦਾ ਮਤਲਬ ਹੈ ਭਗਤੀ, ਇਸਤਰੀ ਲਿੰਗ ਹੈ। ਤੋ ਉਚਾਰਨ ਵਿੱਚ ਭਗਤ ਹੀ ਆਏਗਾ। ਤਾਂ ਗੁਰੂ ਮਹਾਰਾਜ ਇੱਥੇ ਕਹਿ ਰਹੇ ਨੇ, ਵਿਨ ਗੁਣ ਕੀਤੇ ਭਗਤ ਨਾ ਹੋਏ। ਹੇ ਅਕਾਲ ਪੁਰਖ, ਬਿਨਾ ਤੇਰੇ ਗੁਣ ਗ੍ਰਹਿਣ ਤੋਂ ਕੀਤਾ ਭਗਤੀ ਨਹੀਂ ਹੋ ਸਕਦੀ। ਇਹਦਾ ਮਤਲਬ ਹੈ ਕਿ ਕਦੀ ਵੀ ਮਾਨ ਨਾ ਕਰਿਆ ਕਰੋ ਮੈਂ ਕੀਤਾ ਵੇ, ਇਹ ਉਹਨੇ ਕਰਵਾਇਆ ਤੇ ਅਸੀਂ ਕਰ ਰਹੇ ਹਾਂ। ਗੁਰੂ ਸਾਹਿਬ ਇਹ ਸਮਝਾਉਣਾ ਚਾਹ ਰਹੇ ਨੇ। ਸਵਸਥ ਆਤ ਬਾਣੀ ਬਰਮਾਓ। ਸਵਸਥ, ਮੈਂ ਕਾਫੀ ਸਮਾਂ ਸੋਚਦਾ ਰਿਹਾ ਬਈ ਸਵਸਥ ਦਾ ਭਾਵ ਕੀ ਹੈ। ਤੇ ਮੈਂ ਇੱਕ ਮਹਾਂਪੁਰਖ ਨੇ, ਮੈਂ ਉਹਨਾਂ ਨੂੰ ਪਰਸੋਂ ਚੌਥ ਫੋਨ ਕੀਤਾ। ਮੈਂ ਕਿਹਾ ਜੀ ਸਵਸਥ ਦਾ ਭਾਵ ਤੇ ਮੈਨੂੰ ਸਮਝ ਇੱਥੇ ਸਿਰਫ ਜੈ ਲਿਖੀ ਹੈ, ਪਰ ਮੈਨੂੰ ਸਮਝ ਨਹੀਂ ਆ ਰਹੀ, ਕੁਛ ਜ਼ਰਾ ਦੱਸੋ, ਕਿਉਂਕਿ ਬੜੇ ਬੜੇ ਗੁਰਮੁਖ ਪਿਆਰੇ ਹੁੰਦੇ ਹਨ। ਉਹ ਕਹਿੰਦੇ ਨੇ ਇਹ ਅੱਖਰ ਨਾ ਸੰਸਕ੍ਰਿਤ ਤੋਂ ਆਇਆ ਹੈ। ਇਹ ਬਾਹਮਣ ਲੋਕ ਜਦੋਂ ਜਜ਼ਮਾਨ ਕੋਲੋਂ ਕਿੱਥੇ ਜਾਂਦੇ ਸਨ, ਉਹਨਾਂ ਕੋਲ ਦਾਨ ਲੈਂਦੇ ਸਨ ਨਾ, ਤਾਂ ਉਹ ਕਹਿੰਦੇ ਸਨ ਸਵਸਥ ਰਹੋ, ਭਾਵ ਕਿ ਸਦਾ ਜੀਵਿਤ ਰਹੋ। ਗੁਰਬਾਣੀ ਵਿੱਚ ਵੀ ਆਇਆ, ਜਜਮਾਨ ਕਰਤਾ ਤੂੰ ਮੇਰਾ ਜਜਮਾਨ, ਇੱਕ ਦਖਨਾ ਹੋਂ ਤੋਂ ਪੈ ਮੰਗੂ, ਆਂਦਾ ਨਾ। ਜਦੋਂ ਜਿਸ ਤਰ੍ਹਾਂ ਘਰ ਦੇ ਅੰਦਰ ਅਸੀਂ ਕੋਈ ਕੰਮ ਕਰਦੇ ਹੁੰਦੇ ਨੇ, ਕੋਈ ਚੀਜ਼ ਦਿੰਦੇ ਹੋ, ਉਹ ਕੀ ਕਹਿੰਦੇ ਨੇ, ਸਦਾ ਪ੍ਰਫੁੱਲਤ ਰਵੋ, ਲੰਬੀ ਉਮਰ ਹੋਵੇ, ਇੱਕ ਅਸੀਸ ਦਿੰਦੇ ਨਾ। ਤੇ ਸਵਸਥ ਭਾਵੇ ਬਈ ਜੈ। ਜਦੋਂ ਅਸੀਂ ਇਹ ਕਹਿੰਦੇ ਨਾ ਪਰਮਾਤਮਾ ਸਭ ਕੁਝ ਤੇਰਾ ਹੀ ਹੈ, ਤੂੰ ਹੀ ਮੈਨੂੰ ਸਰੀਰ ਦਿੱਤਾ ਹੈ, ਤੂੰ ਹੀ ਬੋਲਣ ਵਾਸਤੇ, ਤੂੰ ਹੀ ਸਵਾਸ ਦਿੱਤੇ ਨੇ, ਮੇਰਾ ਕੀ ਇਹਦੇ ਕੁਛ ਨਹੀਂ, ਤੇ ਅੰਦਰੋਂ ਕੀ ਨਿਕਲੇਗੀ, ਵਾਹ ਨਿਕਲੇਗੀ, ਜੈ ਨਿਕਲੇਗੀ। ਤੇ ਅਸੀਂ ਕੀ ਕਵਾਂਗੇ, ਹੇ ਪਰਮਾਤਮਾ ਸਵਸਥ, ਤੇਰੀ ਵਾਹ ਵਾਹ ਹੈ, ਤੇਰੀ ਸਦਾ ਹੀ ਜੈ ਹੈ। ਕਿਸ ਕਾਰਨ? ਕਿਉਂਕਿ ਸਵਸਥ ਆਤ ਹੁੰਦਾ ਹੈ ਮਾਇਆ, ਬਾਣੀ ਹੁੰਦਾ ਬੋਲ, ਤੇ ਬਰਮਾਓ ਬ੍ਰਹਮਾ ਰੂਪੀ। ਹੇ ਪਰਮਾਤਮਾ ਤੇਰੀ ਜੈ ਹੋਵੇ, ਕਿਉਂਕਿ ਤੂੰ ਮਾਇਆ ਰੂਪ ਵੀ ਆਪ ਹੈ, ਬਾਣੀ ਰੂਪ ਵੀ ਆਪ ਹੈ, ਤੇ ਇੱਕ ਬ੍ਰਹਮਾ ਰੂਪ ਵੀ ਤੂੰ ਆਪ ਹੈ। ਉਹ ਬ੍ਰਹਮਾ ਨਹੀਂ, ਉਹ ਤੇ ਉਹਨੇ ਕਈ ਬ੍ਰਹਮਾ ਪੈਦਾ ਕੀਤੇ ਨੇ। ਬ੍ਰਹਮ ਰੂਪ ਉਹ ਆਪ ਹੈ ਪਰਮਾਤਮਾ। ਇਸ ਕਰਕੇ ਹੇ ਪਰਮਾਤਮਾ ਤੂੰ ਸਵਸਥ, ਤੇਰੀ ਜੈ ਹੋਵੇ। ਸਤ ਸੁਹਾਣ ਸਦਾ ਮਨ ਚਾਓ। ਸਤ ਵੀ ਕਈ ਰੂਪਾਂ 'ਚ ਆਉਂਦਾ ਹੈ, ਇੱਥੇ ਤੱਤੇ ਨੂੰ ਸਿਹਾਰੀ ਹੈ। ਸਤ ਤੋਂ ਭਾਵ ਹੈ ਉਹ ਸਦਾ ਰਹਿਣ ਵਾਲਾ, ਕਦੀ ਡਿੱਗਣ ਵਾਲਾ ਨਹੀਂ। ਉਹ ਪਰਮਾਤਮਾ ਸਦਾ ਸੱਚ ਹੈ, ਹਮੇਸ਼ਾ ਰਹਿਣ ਵਾਲਾ ਹੈ, ਤੇ ਉਹ ਸੁਹਾਣ ਹੈ, ਸੋਹਣਾ ਹੈ। ਉਹ ਪਰਮਾਤਮਾ ਸਦਾ ਰਹਿਣ ਵਾਲਾ ਔਰ ਸੋਹਣਾ ਹੈ। ਮਨ ਚਾਓ, ਉਹਦੇ ਮਨ ਦੇ ਅੰਦਰ ਖਿੜਾਵ ਹੈ। ਉਹ ਸਾਡੇ ਹਾਰ ਨਹੀਂ ਕਿ ਅਸੀਂ ਕਦੀ ਦਿਨ ਵਿੱਚ ਕਿੰਨੀ ਵਾਰੀ ਖੁਸ਼ ਹੁੰਦੇ ਹਾਂ ਤੇ ਕਿੰਨੀ ਵਾਰੀ ਸੋਗ ਦੇ ਵਿੱਚ ਹੁੰਦੇ ਹਾਂ। ਸਾਡੀ ਅਵਸਥਾ ਇੱਕ ਨਹੀਂ ਹੈ। ਸਾਡੀ ਉਹ ਹਾਲਤ ਹੈ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੇ ਦੇਖੇ ਸੁਣੇ ਬੋਲੇ ਦੌੜਿਓ ਫਿਰਤ ਹੈ, जब कछ पावे तब गरत करत है, माया गई तब रोमन लगत है।
ਜਦੋਂ 2 ਪੈਸੇ ਆ ਗਏ, ਘਰ ਹੀ ਖੁਸ਼ੀ ਆ ਗਈ ਤੇ ਖੁਸ਼ ਹੋ ਜਾਂਦਾ ਹੈ, ਤੇ ਜਦੋਂ ਚਲੀ ਜਾਂਦੀ ਹੈ ਤੇ ਉਹੀ ਮੂੰਹ ਲਟਕਾ ਕੇ ਬਹਿ ਜਾਂਦਾ ਹੈ, ਜਾਂ ਥੋੜਾ ਜਿਹਾ ਨੁਕਸਾਨ ਹੋ ਜਾਏ। ਅਵਸਥਾ ਇੱਕ ਨਹੀਂ ਹੈ। ਪਰ ਪਰਮਾਤਮਾ ਕੀ ਹੈ? ਸਤ ਸੁਹਾਨ ਸਦਾ ਮਨ ਚਾਓ। ਉਹਦੇ ਮਨ ਵਿੱਚ ਸਦਾ ਹੀ ਖੇੜਾ ਹੈ। ਉਹ ਸਾਡੇ ਹਾਰ ਕਲਪਦਾ ਨਹੀਂ ਹੈ। ਉਹ ਸਦਾ ਖੇੜੇ ਵਿੱਚ, ਆਨੰਦ ਵਿੱਚ, ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਉਹ ਪਰਮਾਤਮਾ ਦੀ ਇੱਕ ਸਿਫਤ ਹੈ। ਅਸੀਂ ਦਿਨ ਵਿੱਚ ਕਿੰਨੀ ਵਾਰੀ ਉਤਾਰ ਚੜਾਵ ਮਨ ਦਾ ਹੁੰਦਾ ਹੈ, ਕਦੀ ਬਾਣੀ ਪੜ੍ਹਨ ਦਾ ਦਿਲ ਕਰਦਾ ਹੈ, ਕਦੀ ਨਹੀਂ ਕਰਦਾ, ਹੁੰਦਾ ਨਾ। ਪਰ ਪਰਮਾਤਮਾ ਦਾ ਉਹ ਨਹੀਂ ਹੈ। ਪਰਮਾਤਮਾ ਸਦਾ ਹੀ ਖੇੜੇ ਵਿੱਚ ਹੈ। ਹੁਣ ਅਗਲਾ ਕਨਸੈਪਟ ਮਹਾਰਾਜ ਨੇ ਇਹ ਦੱਸਿਆ ਹੈ ਕਿ ਕਈ ਲੋਕ ਬਸ ਇਸ ਗੱਲ ਤੇ ਹੀ ਤਵੱਜੋ ਦੇ ਰਹੇ ਨੇ ਕਿ ਰੱਬ ਨੂੰ ਅਸੀਂ ਕਿਵੇਂ ਪਾਉਣਾ ਹੈ। ਉਹ ਬਸ ਇਸ ਗੱਲ ਦੇ ਉੱਤੇ ਹੀ ਜ਼ੋਰ ਦੇ ਰਹੇ ਨੇ ਕਿ ਰੱਬ ਨੇ ਸ੍ਰਿਸ਼ਟੀ ਕਿਵੇਂ ਬਣਾਈ, ਕਦੋਂ ਬਣਾਈ। ਗੁਰੂ ਸਾਹਿਬ ਕਹਿੰਦੇ ਨੇ, ਬੜੀ ਅੱਛੀ ਗੱਲ ਗੁਰੂ ਸਾਹਿਬ ਨੇ ਇੱਕ ਪੰਕਤੀ ਵਿੱਚ ਹੀ ਗੱਲ ਮੁਕਾਤੀ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਪਿਤਾ ਕਾ ਜਨਮ ਕੇ ਜਾਣੇ ਪੂਤ। ਹੁਣ ਇੱਕ ਪੁੱਤਰ ਨੂੰ ਕਿਵੇਂ ਪਤਾ ਹੋਏਗਾ ਪਿਓ ਕਦੋਂ ਜੰਮਿਆ, ਦੱਸੋ। ਗੁਰੂ ਸਾਹਿਬ ਇਹੀ ਖਿਆਲ ਦੇ ਰਹੇ ਨੇ। ਹੁਣ ਉਹਨਾਂ ਦਾ ਭਰਮ ਕੱਢ ਰਹੇ ਨੇ। ਕਵਣ ਸੁਵੇਲਾ ਵਖਤ ਕਵਣ, ਇਹਨੂੰ ਐਵੇਂ ਪੜ੍ਹਨਾ ਠਹਿਰਾਅ ਵਿੱਚ। ਕਵਣ ਸੁਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ। ਉਹ ਕਿਹੜਾ ਵੇਲਾ ਸੀ? ਦੇਖੋ ਸਨਾਤਨੀ ਧਰਮ ਵਿੱਚ ਕਹਿੰਦੇ ਨੇ ਉਹ ਵੇਲਾ ਕਹਿੰਦੇ ਨੇ, ਬਈ ਆ ਜਾਓ ਪਰਮਾਤਮਾ ਦਾ ਨਾਮ ਜਪਣ ਦਾ ਵੇਲਾ ਹੈ। ਤੇ ਵਖਤ ਕਵਣ, ਵਖਤ ਇਸਲਾਮ ਤੋਂ ਆਇਆ ਹੈ। ਇਹ ਕਹਿੰਦੇ ਨਮਾਜ਼ ਦਾ ਮੇਰਾ ਵਕਤ ਹੋ ਗਿਆ ਹੈ। ਤੋ ਮਾਰੇ ਹੈ ਗੱਲ ਵੇਲੇ ਦੀ ਕਰ ਰਹੇ ਨੇ। ਕਹਿੰਦੇ ਨੇ ਉਹ ਪਰਮਾਤਮਾ ਕਵਣ ਸੁਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ। ਥਿੱਤੀ ਕਿਹੜੀ ਸੀ ਜਦੋਂ ਪਰਮਾਤਮਾ ਨੇ, ਇਹ ਉਹਨਾਂ ਦਾ ਖਿਆਲ ਦੱਸ ਰਹੇ ਨੇ ਮਹਾਰਾਜ। ਥਿਤ ਹੁੰਦਾ ਜਦੋਂ ਚੰਦਰਮਾ ਰਾਸ਼ੀ ਬਦਲਦਾ ਹੈ ਨਾ, ਏਕਮ ਦੂਜਮ ਤੀਜ, ਇਹ ਸਾਰੀਆਂ ਇਹ ਨੇ। ਸੂਰਜ ਵੀ ਰਾਸ਼ੀਆਂ ਬਦਲਦਾ ਹੈ, ਉਦੋਂ ਇਹ ਮਹੀਨੇ ਦੀ ਵਾਰੀਆਂ ਆਉਂਦੀਆਂ ਨੇ ਸਾਰੀਆਂ। ਤਾਂ ਮਹਾਰਾਜ ਕਹਿੰਦੇ ਨੇ ਇੱਥੇ ਕਿਹੜਾ ਵੇਲਾ ਸੀ, ਕਿਹੜਾ ਵਕਤ ਸੀ, ਉਹ ਕਿਹੜੀ ਥਿੱਤੀ ਸੀ, ਕਿਹੜਾ ਵਾਰ ਸੀ। ਕਵਣ ਸਿਰੁਤੀ ਮਹਾ ਕਵਣ, ਇੱਥੇ ਮਾਹੋ ਨਹੀਂ ਪੜਨਾ। ਅਸੀਂ ਕਹਿੰਦੇ ਨਾ ਕਿਹੜਾ ਮਾਹ ਹੈ, ਅਸੀਂ ਮਾਹੋ ਨਹੀਂ ਕਹਿੰਦੇ, ਕਿਹੜਾ ਮਾਹੋ ਹੈ। ਕਿਹੜੀ ਰੁੱਤ ਸੀ ਉਸ ਟਾਈਮ, ਕਿਹੜਾ ਮਹੀਨਾ ਸੀ। ਜਿਤ ਹੋਆ ਆਕਾਰ, ਇੱਥੇ ਆਕਾਰ ਵੀ ਨਹੀਂ ਪੜਨਾ, ਆਕਾਰ। ਮਹਾਰਾਜ ਕਹਿੰਦੇ ਨੇ ਜਦੋਂ ਸ੍ਰਿਸ਼ਟੀ ਉਸਨੇ ਇਹ ਸਾਜੀ, ਉਹ ਕਿਹੜਾ ਸਮਾਂ ਸੀ, ਕਦੋਂ ਸ੍ਰਿਸ਼ਟੀ ਸਾਜੀ। ਇਹ ਉਹਨਾਂ ਦੇ ਉੱਤੇ ਲੋਕ ਵਿਚਾਰ ਕਰ ਰਹੇ ਨੇ। ਗੁਰੂ ਸਾਹਿਬ ਕਹਿੰਦੇ ਨੇ ਆਪਣੀ ਜਿਹੜੀ ਤੁਹਾਨੂੰ ਐਲਰਜੀ ਪਰਮਾਤਮਾ ਨੇ ਦਿੱਤੀ ਨਾ, ਇਹਦੇ ਉੱਤੇ ਭਲਿਓ ਨਾ ਲਾਓ। ਤੁਸੀਂ ਪਰਮਾਤਮਾ ਦੀਆਂ ਸਿਫਤਾਂ ਗਾਓ, ਪਰਮਾਤਮਾ ਦਾ ਅੰਤ ਪਾਣ ਦਾ ਨਾ ਜਾਓ। ਤੋ ਕਿਹੜੇ ਕਿਹੜੇ ਬੰਦੇ ਮਹਾਰਾਜ ਕਹਿੰਦੇ ਨੇ, ਦੱਸ ਰਹੇ ਨੇ। ਵੇਲ ਨਾ ਪਾਈਆਂ ਪੰਡਤੀ, ਜੇ ਹੋਵੇ ਲੇਖ ਪੁਰਾਣ। ਕਹਿੰਦੇ ਨੇ ਪੰਡਤਾਂ ਲੋਕਾਂ ਨੇ ਵੀ ਉਸ ਵੇਲੇ ਨੂੰ ਨਹੀਂ ਪਤਾ ਲੱਗਿਆ ਕਿ ਪਰਮਾਤਮਾ ਨੇ ਕਦੋਂ ਸ੍ਰਿਸ਼ਟੀ ਸਾਜੀ ਹੈ। ਜੇ ਹੁੰਦਾ ਨਾ, ਜੇ ਹੋਵੇ ਲੇਖ ਪੁਰਾਣ, ਜੇ ਉਹਨਾਂ ਨੂੰ ਪਤਾ ਹੁੰਦਾ ਨਾ, ਜਿੱਥੇ ਉਹਨਾਂ ਨੇ 18 ਪੁਰਾਣ ਲਿਖੇ ਨੇ ਨਾ, ਇੱਕ ਹੋਰ ਲਿਖ ਦਿੰਦੇ, ਪਰਮਾਤਮਾ ਬਾਰੇ ਦੱਸ ਦਿੰਦੇ ਬਈ ਪਰਮਾਤਮਾ ਇਹਦੋਂ ਪੈਦਾ ਹੋਇਆ। ਦੇਖੋ ਪਰਮਾਤਮਾ ਕਦੋਂ ਪੈਦਾ ਹੋਇਆ ਕੋਈ ਨਹੀਂ। ਅਰਬਦ ਨਰਬਦ ਧੰਦੂਕਾਰਾ, ਧਰਨ ਨਾ ਗਗਨਾ ਹੁਕਮ ਪਾਰਾ। ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁਨ ਸਮਾ ਲਗਾਏ ਦਾ। ਹਜ਼ਾਰੋਂ ਅਰਬਾਂ ਖਰਬ ਸਾਲ ਵੀ ਕੋਈ ਕਵੇ ਨਾ, ਉਹ ਵੀ ਪਰਮਾਤਮਾ ਵਾਸਤੇ ਘੱਟ ਨੇ। ਔਰ ਕਈਆਂ ਨੇ ਕਿਹਾ ਵੀ ਫਲਾਣੇ ਦਿਨ, ਹੁਣ ਦੇਖੋ ਇਸਲਾਮ ਵਿੱਚ ਕਹਿੰਦੇ ਨੇ ਕਿ ਰੱਬ ਨੇ 6 ਦਿਨ ਤੇ ਇਸ ਧਰਤੀ ਨੂੰ ਬਣਾਉਣ ਨੂੰ ਲਗਾਏ, ਇੱਕ ਦਿਨ ਉਹ ਰੈਸਟ ਕਰਦਾ ਹੈ, ਉਹ ਸ਼ੁੱਕਰਵਾਰ ਨੂੰ ਮੰਨਦੇ ਨੇ। ਈਸਾਈ ਲੋਕ ਕਹਿੰਦੇ ਨੇ ਰੱਬ ਨੇ 6 ਦਿਨ ਕੰਮ ਕਰਦਾ ਹੈ, ਇੱਕ ਦਿਨ ਸੰਡੇ ਨੂੰ ਆਰਾਮ ਕਰਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਐਸਾ ਕੋਈ ਖਿਆਲ ਨਹੀਂ ਹੈ। ਰੱਬ ਨੇ ਕਦੋਂ ਸ੍ਰਿਸ਼ਟੀ ਸਾਜੀ ਹੈ, ਕਦੋਂ ਨਹੀਂ ਸਾਜੀ ਹੈ, ਇਸ ਬਾਰੇ ਵਿਚਾਰ ਕਰਨ ਦਾ ਵਿਸ਼ਾ ਨਹੀਂ ਹੈ। ਤੁਸੀਂ ਆਪਣੀ ਜਿਹੜੀ ਸੋਚ ਹੈ ਉਸ ਨੂੰ ਇਸ ਪਾਸੇ ਨਾ ਲਿਆਓ। ਤੇ ਮਹਾਰਾਜ ਕਹਿੰਦੇ ਨੇ ਵਕਤ ਨਾ ਪਾਇਓ ਕਾਦੀਆਂ, ਕਾਦੀਆਂ ਮੀਨਸ ਕਾਜੀਆਂ, ਕਿ
उस वेले नूं काजी भी नहीं दस सके। जे दस पता होंदा, जे लिखन लेख पुराण कुरान, उस कुरान दे अंदर वो भी लिख देंदे कि भाई परमात्मा अल्लाह इस वेले सृष्टि साजी सी। थितवार ना जोगी जाने, जोगी लोग भी उस स्थित नूं नहीं दस सके कि कदों परमात्मा ने, रुत माहा ना कोई, केड़ा महीना सी केड़ी रुत सी। ते हुण महाराज दस रहे ने भाई, आओ मैं दसना परमात्मा की है। जा करता सिरठी को साजे, जदों परमात्मा ने सृष्टि साजी ना, ते पता किनू पता सी? आपे जाने सोई। एक परमात्मा नू आप ही पता सी, होर किसे नू नहीं पता कि परमात्मा ने सृष्टि कद साजी है। दसो मैं दस सकना कि परमात्मा ने सृष्टि कदों साजी? महाराज ने सारे धार्मिक लोगों नू दस दिता कि भाई तुहानू किसे नू भी नहीं पता कि परमात्मा ने सृष्टि कदों साजी है। ये जा करता सिरठी को साजे, आपे जाने सोई। वो आप ही जानता है। किव करे आखां किव साल आही, क्यों वरनी किव जाना। मारे कहते ने मैं किवें आखां ओदी, किवें ओदी सिफत करां, किस तरह उन्होंने मैं समझा परमात्मा नू कि किन्ना वड्डा है, कदों उसने सृष्टि साजी है। तो मारे कहते ने, कहण वाले तो बड़ा ही कहते रहे ने, नानक मारे की करें, आखण सब को आखै। सारे वो मूर्ख लोग ने ਜਿਹੜੇ ਆਖਦੇ ਨੇ ਇੱਕ ਦੂ ਇੱਕ ਸਿਆਣਾ। ਹਰ ਬੰਦਾ ਆਪਣੇ ਆਪ ਨੂੰ ਸਿਆਣਪ ਸਮਝ ਕੇ ਨਾ, ਮੈਨੂੰ ਧਾਰਮਿਕ ਗ੍ਰੰਥਾਂ ਦਾ ਗਿਆਨ ਹੈ, ਮੈਨੂੰ ਪਰਮਾਤਮਾ ਬਾਰੇ ਗਿਆਨ ਹੈ। ਮਾਰੇ ਕਹਿੰਦੇ ਨੇ ਹਰ ਕੋਈ ਸਮਝਾਉਣਾ ਚਾਹ ਰਿਹਾ। ਵੈਸੇ ਇੱਕ ਗੱਲ ਵੀ ਹੈ, ਮੈਂ ਅਕਸਰ ਨੋਟ ਕਰਨਾ, ਸਾਨੂੰ ਸਿਆਣੇ ਬਜ਼ੁਰਗ ਕਹਿੰਦੇ ਸਨ ਕਿ ਰੱਬ ਨੇ ਜਦੋਂ ਸ੍ਰਿਸ਼ਟੀ ਪੈਦਾ ਕੀਤੀ ਨਾ, ਤੇ ਸਾਨੂੰ ਤੁਹਾਨੂੰ ਸੰਸਾਰ ਵਿੱਚ ਭੇਜਿਆ ਨਾ, ਤੇ ਹਰ ਇੱਕ ਨੂੰ ਇੱਕ ਗੱਲ ਕੰਨ ਵਿੱਚ ਕਹਿ ਦਿੱਤੀ, ਬੱਚਿਆ ਤੂੰ ਜਾ ਰਿਹਾ, ਤੇਰੇ ਤੋਂ ਪਹਿਲਾਂ ਕੋਈ ਸਿਆਣਾ ਗਿਆ ਨਹੀਂ ਹੈ, ਤੇਰੇ ਤੋਂ ਸਿਆਣਾ ਕੋਈ ਵੀ ਨਹੀਂ ਹੈ। ਤੇ ਉਹ ਬੰਦਾ ਸੰਸਾਰ ਵਿੱਚ ਆਉਂਦਾ, ਉਹ ਸਮਝਦਾ ਸਾਰੇ ਮੂਰਖ ਹੀ ਨੇ, ਮੈਂ ਹੀ ਸਿਆਣਾ। ਔਰ ਇਸ ਸੋਚ ਨਾਲ ਹੰਕਾਰ ਦੇ ਵਿੱਚ ਜੀਂਦਾ ਹੈ, ਤੇ ਹੰਕਾਰ ਵਿੱਚ ਹੀ ਉਹਦੀ ਮੌਤ ਹੋ ਜਾਂਦੀ ਹੈ। ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ, ਹੋਂ ਵਿੱਚ ਹੀ ਆਉਂਦਾ, ਹੋਂ ਵਿੱਚ ਚਲਾ ਜਾਂਦਾ। ਕਿਉਂ? ਕਿਉਂਕਿ ਉਹ ਸਿਆਣਾ ਸਮਝਦਾ। तो महाराज इत्थे कह रहे ने, नानक आखण सब को आखै। सारे कहते ने एक दू एक सियाणा, एक सियाणा मिलता, तुसीं गल करो दूजा मिलेगा, उस तो भी सियाणा मिलेगा। गुरु साहब कहते ने परमात्मा अगे कोई सियाणप नहीं चलती। सहज सियाणपा लख हो है तां एक ना चले नाल। इत्थे ते निमाणा बन के, इत्थे ते अंदरों मूर्ख बन के, मैं मूर्ख की केतक बात है, अपने आप नूं निमाणा बन के, ते जे तू सियाणप नाल चल रहे हैं, तो महाराज कहते ने एक दो एक सियाणे बैठे ने, वो दरअसल मूर्ख ने। वड्डा साहिब वड्डी नाई, वो परमात्मा वड्डा है, उहदी वडियाई भी वड्डी है। वड्डी नूं वड्डा पार तेरा मरतबा, रंग परंगा नेक ना जापन करतबा, जिया अंदर जियो सबकी जान ला, सबकी तेरे तेरे वस। तो महाराज कहते ने वड्डा साहिब वड्डी नाई, वड्डे कियां वड्डियाइयां किछ कहना कहन न जाए, सो करता कादर करीम दे जियां रिजक समाए। साई कार कमावनी तुर छोड़ी तिन्ने पाए, नानक एक की बारी होर दूजी नाई जाए, सो करे जे तिसे रजाए। तो गुरु साहब कहते ने वो वड्डा है, ਉਹਨੇ ਵੱਡਾ ਹੀ ਰਹਿਣਾ ਹੈ, ਤੇ ਉਹਦੀ ਵਡਿਆਈ ਵੀ ਵੱਡੀ ਹੈ। ਜੇ ਵਡਿਆਪ ਤੇਵੜ ਤੇਰੀ ਦਾਤ, ਜਿੰਨਾ ਵੱਡਾ ਆਪ ਹੈ ਨਾ, ਓਨੀਆਂ ਵੱਡੀਆਂ ਉਹਦੀਆਂ ਦਾਤਾਂ ਵੀ ਜੇ। तो महाराज कहते ने ਇੰਨਾ ਵੱਡਾ ਹੈ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੇ। ਇਹ ਸਾਰਾ ਕੁਝ ਪਸਾਰਾ ਉਹਦਾ ਹੀ ਕੀਤਾ ਹੋਇਆ ਹੈ। ਤੇ ਫਿਰ ਅਸੀਂ ਵਿੱਚ ਕਿੱਥੋਂ ਆ ਗਏ ਸਿਆਣੇ? ਉਹ ਸਾਨੂੰ ਚਾਹਵੇ ਜਦੋਂ ਚਾਹਵੇ ਸੰਸਾਰ ਵਿੱਚ ਭੇਜ ਦੇ, ਜਦੋਂ ਚਾਹਵੇ ਸੰਸਾਰ ਵਿੱਚੋਂ ਕੂਚ ਕਰਾ ਦੇਵੇ। ਤਾਂ ਸਾਡੇ ਹੱਥ ਜੀਵਾਂ ਦੇ ਸਭ ਕੁਝ ਤੁਮਰੇ ਹਾਥ ਪ੍ਰਭ ਆਪ ਕਰੇ ਕਰਾਏ। हे परमात्मा तेरे हथ च ही सब कुछ है, असी जियां दे हथ कुछ भी नहीं है। ना मौत है ना जीवन है जोर, ना जीवन मरण है जोर। साडे हथ च ना जीवन है ना मौत है,
ਨਾ ਮਰਜ਼ੀ ਨਾਲ ਅਸੀਂ ਸੰਸਾਰ ਵਿੱਚ ਆਏ ਹਾਂ, ਨਾ ਮਰਜ਼ੀ ਨਾਲ ਘਰ-ਬਾਰ ਮਿਲਿਆ ਹੈ, ਨਾ ਮਰਜ਼ੀ ਨਾਲ ਮੈਨੂੰ ਰੰਗ ਰੂਪ ਮਿਲਿਆ ਹੈ, ਨਾ ਮਰਜ਼ੀ ਨਾਲ ਸਾਨੂੰ ਸਵਾਸ ਮਿਲੇ ਨੇ। ਸਾਡੀ ਮਰਜ਼ੀ ਕਿੱਥੇ ਵੀ ਨਹੀਂ ਹੈ। ਕਰਨ ਕਰਾਵਨ ਕਰਨੇ ਜੋਗ, ਜੋ ਤਿਸ ਭਾਵੇ ਸੋਈ ਹੋਗ। ਖਿਨ ਮੇ ਥਾਪ ਉਥਾਪਨ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਹੁਕਮੇ ਧਾਰ ਅਦਰ ਰਹਾਵੇ, ਹੁਕਮੇ ਉਪਜੇ ਹੁਕਮ ਸਮਾਵੇ। ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਗ ਰੰਗ ਪ੍ਰਕਾਰ। ਮਾਰੇ ਕਹਿੰਦੇ ਨੇ ਕਰ ਕਰ ਦੇਖੇ ਆਪਣੀ ਵਡਿਆਈ। ਇੱਥੇ ਕੀ ਕਹਿੰਦੇ ਨੇ, ਵੱਡਾ ਸਾਹਿਬ ਵੱਡੀ ਨਾਈ, ਕਰ ਕਰ ਵੇਖੇ ਆਪਣੀ ਵਡਿਆਈ। ਤੋ ਇਸ ਕਰਕੇ ਮਾਰੇ ਕਹਿੰਦੇ ਕੀਤਾ ਜਾਂ ਕਾ ਹੋਵੇ, ਸਾਰਾ ਕੁਝ ਉਹਦਾ ਹੀ ਪਸਾਰਾ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ। ਨਾਨਕ ਤਿਸ ਬਲਿਹਾਰ ਨੇ। ਅਸੀਂ ਕੀ ਕਰਨਾ ਹੈ? ਅਸੀਂ ਉਹਦਾ ਅੰਤ ਨਹੀਂ ਪਾਣਾ, ਅਸੀਂ ਉਹਦੇ ਤੋਂ ਬਲਿਹਾਰ ਜਾਣਾ ਹੈ। ਬਸ ਗੱਲ ਇਤਨੀ ਹੈ। ਤੁਮਰੀ ਗਤ ਮਿਤ ਤੁਮ ਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨ। ਤੇਰੀ ਗਤ ਮਿਤ ਨੂੰ, ਤੇਰੀ ਅਵਸਥਾ ਨੂੰ ਹੇ ਰੱਬ ਤੂੰ ਹੀ ਜਾਣਨਾ ਹੈ। ਅਸੀਂ ਤੇ ਤੇਰੇ ਤੋਂ ਸਿਰਫ ਕੁਰਬਾਨ ਜਾਣ ਦਾ ਹੀ ਸਾਨੂੰ ਇੱਕ ਸ਼ਰੇ ਮਿਲ ਸਕਦਾ ਹੈ। ਅਸੀਂ ਪਰਮਾਤਮਾ ਤੋਂ ਕੁਰਬਾਨ ਜਾਣ ਤੋਂ ਇਲਾਵਾ ਅਸੀਂ ਕੁਛ ਨਹੀਂ ਕਰ ਸਕਦੇ। ਉਹਦਾ ਅੰਤ ਨਹੀਂ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੇ ਦੇ ਨਾ ਅੰਤ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੇ। ਮਹਾਰਾਜ ਅਖੀਰ ਵਿੱਚ ਫੈਸਲਾ ਦੇ ਰਹੇ ਨੇ, ਨਾਨਕ ਰੁਕ ਕੇ। ਕਵੀ ਛਾਪ ਮੋਹਰ ਲਾ ਰਹੇ ਹਨ, ਗੁਰੂ ਸਾਹਿਬ ਆਪ ਕਹਿ ਰਹੇ, ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋ ਹੈ। ਜਿਹੜਾ ਕੋਈ ਆਪਣੇ ਆਪ ਨੂੰ ਇਸ ਯੋਗ ਸਮਝ ਰਿਹਾ ਕਿ ਹੇ ਪਰਮਾਤਮਾ ਮੈਂ ਤੇਰਾ ਅੰਤ ਪਾ ਲਾਂਗਾ, ਕਦੋਂ ਤੂੰ ਸ੍ਰਿਸ਼ਟੀ ਸਾਜੀ ਏ, ਕਦੋਂ ਤੂੰ ਹੋਂਦ ਵਿੱਚ ਆਇਆ ਹੈ, ਕਦੋਂ ਤੂੰ ਇਹ ਕਾਰ ਬਣਾਇਆ ਹੈ। ਤੇ ਮਾਰੇ ਕਹਿੰਦੇ ਨੇ ਜੇ ਅਗਰ ਕੋਈ ਇਸ ਤਰ੍ਹਾਂ ਦੀ ਸੋਚ ਸਮਝਦਾ ਹੈ, ਨਾਨਕ ਜੇ ਕੋ ਆਪੋ ਜਾਣੈ, ਤੇ ਕੀ ਹੋਏਗਾ? ਅੱਗੇ ਗਿਆ ਨਾ ਸੋ ਹੈ। ਫਿਰ ਉਸ ਪਰਮਾਤਮਾ ਦੀ ਦਰਗਾਹ ਦੇ ਵਿੱਚ ਉਸ ਸੋਭਿਆ ਨਹੀਂ ਜਾਏਗਾ, ਉਹਨੂੰ ਮਾਣ ਨਹੀਂ ਮਿਲੇਗਾ। ਕਿਉਂਕਿ ਅਸੀਂ ਪਰਮਾਤਮਾ ਦੇ ਸ਼ਰੀਕ ਨਹੀਂ ਬਣਨਾ, ਅਸੀਂ ਪਰਮਾਤਮਾ ਦੇ ਮੁਰੀਦ ਬਣਨਾ ਹੈ, ਅਸੀਂ ਪਰਮਾਤਮਾ ਦੇ ਗੋਲੇ ਬਣਨਾ ਹੈ, ਅਸੀਂ ਪਰਮਾਤਮਾ ਦਾ ਜਨ ਬਣਨਾ ਹੈ, ਪਰਮਾਤਮਾ ਦਾ ਬੱਚੇ ਬਣਨਾ। ਤੂੰ ਮਾਤ ਪਿਤਾ ਹਮ ਬਾਰਕ ਤੇਰੇ। ਸਾਡੀ ਗਲਤੀ ਪਤਾ ਕੀ ਹੈ? ਅਸੀਂ ਬੱਚੇ ਨਹੀਂ ਰਹੇ, ਅਸੀਂ ਮਾਂ ਪਿਓ ਦੇ ਵੀ ਮਾਂ ਪਿਓ ਬਣਨ ਲੱਗ ਪਏ, ਮਾਂ ਬਣਨ ਲੱਗ ਪਏ, ਪਿਓ ਬਣਨ ਲੱਗ ਪਏ। ਤੋ ਇਸ ਕਰਕੇ ਬੱਚਾ ਬੱਚਾ ਹੀ ਰਹੇ ਤੇ ਚੰਗਾ ਰਹਿੰਦਾ ਹੈ। ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਉਸ ਪਰਮਾਤਮਾ ਦਾ ਅੰਤ ਨਾ ਪਾਓ। ਇਤਨੀਆਂ ਇਤਨੀਆਂ ਮਿਸਾਲ ਸਾਨੂੰ ਦੇਖ ਕੇ ਕਹਿੰਦੇ ਨੇ ਵੱਡੇ ਵੱਡੇ ਰਿਸ਼ੀ ਮੁਨੀ, ਜੋਗੀ, ਕਾਜੀ ਜਨ, ਪੰਡਤ ਲੋਕ ਇਹ ਵੀ ਨਹੀਂ ਦੱਸ ਸਕੇ ਕਿ ਪਰਮਾਤਮਾ ਕਦ ਹੋਂਦ ਵਿੱਚ ਆਇਆ ਹੈ। ਜੇ ਹੁੰਦਾ ਤੇ ਉਹ ਗ੍ਰੰਥਾਂ ਵਿੱਚ ਲਿਖ ਜਾਂਦੇ। ਤਾਂ ਗੁਰੂ ਸਾਹਿਬ ਕਹਿੰਦੇ ਨੇ ਉਸ ਪਰਮਾਤਮਾ ਦਾ ਅੰਤ ਨਾ ਪਾਉਣ ਦਾ ਤੁਸੀਂ ਯਤਨ ਕਰੋ। ਆਪਣੀ ਇਸ ਐਲਰਜੀ ਨੂੰ ਇੱਧਰ ਨਾ ਲਾਓ, ਐਵੇਂ ਆਪਣੇ ਸਮੇਂ ਨੂੰ ਖਰਾਬ ਨਾ ਕਰੋ। ਜੇ ਤੁਸੀਂ ਸਮਾਂ ਲਾਉਣਾ ਤੇ ਉਹਦੇ ਉੱਤੇ ਕੁਰਬਾਨ ਜਾਣ ਦਾ ਲਾਓ। ਉਹਦੀਆਂ ਸਿਫਤਾਂ ਗਾ ਕੇ ਆਪਣੇ ਜੀਵਨ ਨੂੰ ਤੁਸੀਂ ਸਫਲਾ ਕਰ ਸਕਦੇ ਹੋ। ਇਹ ਨਾ ਹੋਵੇ ਤੁਸੀਂ ਉਹਦਾ ਅੰਤ ਲੱਭਣ ਪਿੱਛੇ ਤੁਹਾਡਾ ਹੀ ਸਾਡਾ ਅੰਤ ਹੀ ਨਾ ਹੋ ਜਾਏ। ਤਾਂ ਸਾਨੂੰ ਥੋੜ੍ਹਾ ਜਿਹਾ ਜੀਵਨ ਕਾਲ ਮਿਲਿਆ ਹੈ, ਅਸੀਂ ਉਹਦੀ ਸਿਫਤਾਂ ਗਾ ਕੇ ਹੀ ਆਪਣੇ ਇਸ ਮੈਲ ਦੇ ਅੰਦਰ ਦੇ ਤੀਰਥ ਵਿੱਚ ਇਸ਼ਨਾਨ ਕਰੀਏ। ਗੁਣ ਗਾਵਤ ਤੇਰੀ ਉਤਰਸ ਮੈਲ। ਜਿਉਂ-ਜਿਉਂ ਅਸੀਂ ਉਹਦੇ ਗੁਣ ਗਾਉਂਦੇ ਨਾ, ਜਦੋਂ ਕੋਈ ਸ਼ਬਦ ਪੜ੍ਹਦਾ ਹੈ, ਸੁਣਦਾ ਹੈ, ਗਾਉਂਦਾ ਹੈ, ਜਿਉਂ-ਜਿਉਂ ਗਾਉਂਦਾ ਹੈ ਨਾ, ਉਹਦੇ ਅੰਦਰ ਦੀ ਮੈਲ ਨਾ ਆਪਣੇ ਆਪ ਉਤਰਦੀ ਜਾਂਦੀ ਹੈ। ਇਹ ਸਾਨੂੰ ਨਹੀਂ ਪਤਾ ਲੱਗ ਰਿਹਾ। ਹੁਣ ਵਾਸ਼ਿੰਗ ਮਸ਼ੀਨ ਵਿੱਚ ਤੁਸੀਂ ਕੱਪੜੇ ਪਾਉਂਦੇ ਹੋ, ਤੁਸੀਂ ਆਨ ਕਰਕੇ ਆ ਜਾਂਦੇ ਹੋ, ਤੁਹਾਨੂੰ ਨਹੀਂ ਪਤਾ ਲੱਗ ਰਿਹਾ। ਪਰ ਜਿਉਂ-ਜਿਉਂ ਉਸ ਦੇ ਅੰਦਰ ਜਿਹੜਾ ਸਾਬੁਣ ਹੁੰਦਾ ਹੈ, ਪਾਣੀ ਹੁੰਦਾ, ਉਹਦਾ ਮੇਲ ਹੁੰਦਾ ਹੈ, ਇਸੇ ਤਰ੍ਹਾਂ ਜਦੋਂ ਬਾਣੀ ਦਾ, ਸੁਰਤ ਦਾ ਮੇਲ ਹੁੰਦਾ ਹੈ ਨਾ, ਜਿਸ ਤਰ੍ਹਾਂ ਵਾਸ਼ਿੰਗ ਮਸ਼ੀਨ ਘੰਟੇ ਡੇਢ ਬਾਅਦ ਉਹ ਸਾਰੇ ਕੱਪੜਿਆਂ ਦੇ ਵਿੱਚੋਂ ਮੈਲ ਕੱਢ ਦਿੰਦੀ ਹੈ ਨਾ, ਤੇ ਕੱਪੜੇ ਸਵੱਛ ਕਰ ਦਿੰਦੀ ਹੈ। ਇਸੇ ਤਰ੍ਹਾਂ ਜਦੋਂ ਜਦੋਂ ਤੁਸੀਂ ਬਾਣੀ ਗਾਈ ਜਾਓਗੇ, ਤੁਹਾਡੇ ਅੰਦਰ ਦੀ ਮੈਲ ਬਾਣੀ ਆਪੇ ਧੋਈ ਜਾਏਗੀ। ਮੈਂ ਨਹੀਂ ਕਹਿ ਰਿਹਾ, ਮਹਾਰਾਜ ਕਹਿ ਰਹੇ ਨੇ, ਗੁਣ ਗਾਵਤ ਤੇਰੀ ਉਤਰਸ ਮੈਲ। ਕਿਹੜੀ ਮੈਲ ਸੀ? ਬਿਨ ਸਜਾਏ ਹੋਮੈ ਬਿਕ ਫੈਲ। ਜਨਮਾਂ ਦੀ ਹੋਮਿਆਂ ਦੀ ਜਿਹੜੀ ਮੈਲ ਲੱਗੀ ਸੀ ਨਾ, ਇਸ ਜਨਮ ਕੋ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋ ਆਸ਼ਾ। ਇਹ ਜਨਮਾਂ ਦੀ ਜਿਹੜੀ ਮੈਲ ਸੀ ਉਹ ਉਤਰ ਜਾਂਦੀ ਹੈ ਜਦੋਂ ਬਾਣੀ ਦਾ। ਇਹ ਅਸੀਂ ਹੁਣ ਬੈਠ ਕੇ ਨਾ ਆਪਣੀ ਮੈਲ ਉਤਾਰ ਰਹੇ ਹਾਂ।
ਤੋ ਮਹਾਰਾਜ ਕਿਰਪਾ ਕਰਨ ਅਸੀਂ ਉਸ ਪਰਮਾਤਮਾ ਤੋਂ ਬਲਿਹਾਰ ਜਾਣ ਦੀ ਗੱਲ ਸੋਚੀਏ ਕਰੀਏ, ਪਰਮਾਤਮਾ ਦਾ ਅੰਤ ਨਾ ਪਾਈਏ। ਗੁਰੂ ਮਹਾਰਾਜ ਕਿਰਪਾ ਕਰਨ। ਇਸ ਪੌੜੀ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਨੇ, ਜਿਹੜੇ ਲੋਕ ਇਨਸਾਨ ਅਗਰ ਪਰਮਾਤਮਾ ਦਾ ਅੰਤ ਪਾਉਣ ਜਾਂਦੇ ਨੇ, ਉਹ ਫਿਰ ਉਸ ਦੇ ਅੰਦਰ ਪਰਮਾਤਮਾ ਦੇ ਘਰ ਵਿੱਚ ਸੋਭੇ ਨਹੀਂ ਜਾਂਦੇ, ਉਹਨਾਂ ਨੂੰ ਇੱਜ਼ਤ ਮਾਣ ਨਹੀਂ ਮਿਲਦਾ। ਤਾਂ ਗੁਰੂ ਸਾਹਿਬ ਕਹਿੰਦੇ ਨੇ ਉਹਨਾਂ ਨੂੰ ਮਿਲਦਾ ਹੈ ਜਿਹੜੇ ਉਹਦੇ ਗੁਣ ਗਾਉਂਦੇ ਹਨ, ਜੋ ਆਪ ਰੋਜ਼ਾਨਾ ਬੈਠ ਕੇ ਗਾਉਂਦੇ ਹਨ। ਆਪ ਸਾਰਿਆਂ ਦਾ ਧੰਨਵਾਦ ਜੋ ਰੋਜ਼ਾਨਾ ਬੈਠ ਕੇ ਗੁਰੂ ਦੀ ਬਖਸ਼ਿਸ਼ ਲੈਂਦੇ ਹੋ। ਤੋ